लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार। लोग जाने ही गीत है, लोग जाने ही गीत है, लोग जाने ही गीत है। वाहिगुरु जी का खालसा वाहिगुरु जी की फतेह। अंग है 583 ਤੇ ਤੀਜੇ ਪਾਤਸ਼ਾਹ ਦਾ ਵਡਹੰਸ ਰਾਗ ਵਿੱਚ ਇੱਕ ਸ਼ਬਦ ਸੰਪੂਰਨ ਹੋਇਆ। ਵਡਹੰਸ ਮਹੱਲਾ ਤੀਜਾ, ਸੁਣਿਓ ਕੰਤ ਮਹੇਲਿਓ, ਪਿਰ ਸੇਵਿਓ ਸ਼ਬਦ ਵਿਚਾਰ। वडहंस महला तीजा, सुनियो कांत महेलियो, फिर सेवियो शब्द विचार। अवगणवंती फिर ना जानई, मुट्ठी रोवै कंत विसार। रोवै कंत समाल सदा गुण सार। ना फिर मरै ना जाए, गुरमुख जाता शब्द पछाता। साचे प्रेम समाए, जिन अपना फिर नहीं जाता कर्म विदाता। कूड़ मुट्ठी कूड़े आरे, सुनियो कांत महेलियो, फिर सेवियो शब्द विचारे। ਵਡਹੰਸ ਮਹੱਲਾ ਤੀਜਾ, ਸੁਣਿਓ ਕੰਤ ਮਹੇਲਿਓ, ਫਿਰ ਸੇਵਿਓ ਸ਼ਬਦ ਵਿਚਾਰ। ਅਵਗੁਣਵੰਤੀ ਫਿਰ ਨਾ ਜਾਣਈ, ਮੁੱਠੀ ਰੋਵੈ ਕੰਤ ਵਿਸਾਰ। ਸੁਣਿਓ ਕੰਤ ਮਹੇਲਿਓ, ਸੁਣੋ ਗੁਰਮੁਖ ਪਿਆਰਿਓ, ਉਸ ਮਾਲਕ ਪ੍ਰਭੂ ਦੀਆਂ ਇਸਤਰੀਓ, ਭਾਵ ਗੁਰਮੁਖੋ। ਫਿਰ ਸੇਵਿਓ ਸ਼ਬਦ ਵਿਚਾਰ, ਉਸ ਪਿਆਰੇ ਨੂੰ, ਉਸ ਪ੍ਰਭੂ ਨੂੰ ਸਿਮਰੋ। ਸਿਮਰਨ ਦਾ ਤਰੀਕਾ ਕੀ ਹੈ? ਗੁਰੂ ਦੇ ਸ਼ਬਦ ਦੀ ਵਿਚਾਰ। ਕਹਿੰਦੇ ਬਾਣੀ ਦੇ ਸ਼ਬਦ ਨੂੰ ਪੜ੍ਹ ਕੇ ਨਾ, ਬਾਣੀ ਨੂੰ ਉਹਦੀ ਵਿਚਾਰ ਕਰਨਾ, ਜੋ ਆਪਾਂ ਕਰ ਰਹੇ ਹਾਂ, ਇਹਨੂੰ ਸਿਮਰਨ ਕਹਿੰਦੇ ਨੇ। ਆਪਾਂ ਕਥਾ ਵਿਚਾਰ ਕਹਿ ਦਿੰਦੇ ਹਾਂ, ਪਰ ਸਹੀ ਮੈਨੇ ਵੀ ਸਿਮਰਨ ਇਹੀ ਹੈ ਕਿ ਜੋ ਬਾਣੀ ਕਹਿੰਦੀ ਪਈ ਹੈ ਉਹਦੇ ਮੁਤਾਬਕ ਸੰਗਤ ਵਿੱਚ ਮਿਲ ਕੇ ਬੈਠ ਕੇ ਵਿਚਾਰਨਾ, ਇਹ ਸਿਮਰਨ ਹੈ। ਤੇ ਇਕਾਂਤ ਵਿੱਚ ਬੈਠ ਕੇ ਇਕਾਗਰਤਾ ਨਾਲ ਉਹਨਾਂ ਸ਼ਬਦਾਂ ਨੂੰ ਆਪਣੇ ਅੰਦਰ ਖੋਜਣਾ, ਆਪਣੇ ਆਪ ਨੂੰ, ਕਿ ਕੀ ਅਸੀਂ ਉਹਦੇ ਮੁਤਾਬਕ ਸਾਡਾ ਲੈਵਲ ਕਿੱਥੇ ਹੋਇਆ, ਅਸੀਂ ਕਿੱਥੇ ਖੜੋਤੇ ਹਾਂ, ਬਾਣੀ ਕੀ ਕਹਿ ਰਹੀ ਹੈ ਤੇ ਅਸੀਂ ਕੀ ਕਰਦੇ ਪਏ ਹਾਂ, ਉਹ ਵਿਚਾਰ ਹੈ। ਇੱਥੇ ਅਸੀਂ ਪੜ੍ਹ ਕੇ ਗਏ ਹਾਂ, ਵਿਚਾਰ ਕੇ ਗਏ ਹਾਂ, ਪਰ ਨਾਲ ਘਰ ਜਾ ਕੇ ਇਕਾਂਤ ਵਿੱਚ ਬੈਠ ਕੇ, ਇਕੱਲਿਆਂ ਬੈਠ ਕੇ ਵੀ ਜਦੋਂ ਸਾਨੂੰ ਟਾਈਮ ਸਮਾਂ ਮਿਲਦਾ ਹੈ ਤਾਂ ਆਪਣੇ ਅੰਦਰ ਵਿਚਾਰ ਵੀ ਕਰਨੀ ਹੁੰਦੀ, ਹਮੇਸ਼ਾ ਚੱਲਦੀ ਰਹਿੰਦੀ ਹੈ। ਅਵਗੁਣਵੰਤੀ ਫਿਰ ਨਾ ਜਾਣੀ, ਮੁੱਠੀ ਰੋਵੈ ਕੰਤ ਵਿਸਾਰ। ਪਰ ਜਿਹੜੀ ਅਵਗੁਣਵੰਤੀ ਹੈ, ਗੁਣਾਂ ਤੋਂ ਹੀਣੀ ਹੈ, ਅਵਗੁਣਾਂ ਵਾਲੀ ਹੈ, ਉਹ ਆਪਣੇ ਮਾਲਕ ਨੂੰ, ਉਸ ਪ੍ਰਭੂ ਨੂੰ ਜਾਣਦੀ ਨਹੀਂ। ਤੇ ਮਾਲਕ ਨੇ ਉਸ ਮਾਲਕ ਨੂੰ ਵਿਸਾਰ ਕੇ, ਭੁੱਲ ਕੇ
ਠੱਗੀ ਗਈ। ਉਹਦੇ ਪੱਲੇ ਹੁਣ ਰੋਣਾ ਹੈ, ਹੋਰ ਕੁਝ ਵੀ ਨਹੀਂ। ਰੋਵੈ ਕੰਤ ਸੰਭਾਲ ਸਦਾ ਗੁਣਸਾਰ, ਨਾ ਫਿਰ ਮਰੈ ਨਾ ਜਾਏ। ਗੁਰਮੁਖ ਜਾਤਾ ਸ਼ਬਦ ਪਛਾਤਾ, ਸਾਚੈ ਪ੍ਰੇਮ ਸਮਾਏ। ਤੇ ਦੂਜੇ ਪਾਸੇ ਜਿਹੜੇ ਉਸ ਪ੍ਰਭੂ ਨੂੰ ਯਾਦ ਕਰਦੇ ਨੇ, ਉਹ ਉਹਦੀ ਯਾਦ ਵਿੱਚ ਰੋਂਦੇ। ਇੱਕ ਤੇ ਵਿਸਾਰ ਕੇ ਰੋਂਦੇ ਨੇ, ਆਪਣੇ ਔਗਣਾਂ ਨੂੰ ਰੋਂਦੇ ਪਏ ਨੇ, ਤੇ ਦੂਜੇ ਕਹਿੰਦੇ ਰੋਣਾ ਉਹਨਾਂ ਦਾ ਵੀ। ਦੋਵਾਂ 'ਚ ਫਰਕ ਹੈ ਰੋਣ ਦਾ। ਰੋ ਵੀ ਰਿਹਾ, ਉਹਦਾ ਰੋਣਾ ਹੋਰ ਹੈ। ਰੋਵੈ ਕੰਤ ਸੰਭਾਲ, ਉਹ ਆਪਣੇ ਪ੍ਰਭੂ ਨੂੰ ਯਾਦ ਕਰ ਕਰਕੇ ਰੋਂਦੀ। ਸਦਾ ਗੁਣਸਾਰ, ਹਮੇਸ਼ਾ ਹੀ ਉਹਦੇ ਗੁਣਾਂ ਨੂੰ ਯਾਦ ਕਰਦੀ, ਸੰਭਾਲਦੀ। ਨਾ ਫਿਰ ਮਰੈ ਨਾ ਜਾਏ, ਉਹ ਪ੍ਰਭੂ ਜਿਹੜਾ ਕਿ ਜਾਂਦਾ ਨਹੀਂ, ਮਰਦਾ ਨਹੀਂ, ਜੰਮਦਾ ਨਹੀਂ, ਆਉਂਦਾ ਨਹੀਂ, ਜਾਂਦਾ ਨਹੀਂ, ਉਹਦੇ ਗੁਣਾਂ ਨੂੰ ਚੇਤੇ ਕਰ ਕਰਕੇ ਕਹਿੰਦੇ ਵੇਖੋ ਉਹ ਵਿਛੋੜੇ ਨੂੰ ਤੜਫਿਆ ਉਹਦੇ ਅੰਦਰ ਰੋਂਦੀ। ਮਨ ਵੈਰਾਗ ਭਇਆ ਦਰਸ਼ਨ ਦੇਖਣ ਕਾ ਚਾਓ, ਉਹ ਵੈਰਾਗੀ ਹੋ ਕੇ ਅੰਦਰੋਂ। ਗੁਰਮੁਖ ਜਾਤਾ ਸ਼ਬਦ ਪਛਾਤਾ, ਸਾਚੈ ਪ੍ਰੇਮ ਸਮਾਏ। ਕਿਉਂਕਿ ਉਹਨਾਂ ਨੇ ਗੁਰਮੁਖ ਬਣ ਕੇ, ਗੁਰੂ ਵਾਲਾ ਬਣ ਕੇ ਉਹਨੂੰ ਜਾਣ ਲਿਆ, ਤੇ ਗੁਰੂ ਦੇ ਸ਼ਬਦ ਦੁਆਰਾ ਉਹਨੂੰ ਪਛਾਣ ਲਿਆ। ਦੋਨੇ ਚੀਜ਼ਾਂ ਕਰ ਲਈਆਂ, ਜਾਣਨਾ ਤੇ ਪਛਾਣਨਾ। ਉਹਦੇ ਨਾਲ ਜਾਣ ਪਛਾਣ ਹੋ ਗਈ ਉਸ ਮਾਲਕ ਨਾਲ, ਪ੍ਰਭੂ ਨਾਲ, ਤੇ ਨਾਲੇ ਉਹਨੂੰ ਪਛਾਣ ਵੀ ਲਿਆ ਕਿ ਉਹ ਹਰ ਜਗ੍ਹਾ ਹੈ, ਸਰਵ ਵਿਆਪਕ ਹੈ। ਸਾਚੈ ਪ੍ਰੇਮ ਸਮਾਏ, ਉਹ ਸੱਚੇ ਦੇ ਪ੍ਰੇਮ ਵਿੱਚ ਹੁਣ ਸਮਾਈ ਹੋਈ ਪੂਰੀ। ਜਿਨ ਆਪਣਾ ਫਿਰ ਨਹੀਂ ਜਾਤਾ, ਕਰਮ ਵਿਧਾਤਾ ਕੂੜ ਮੁੱਠੀ ਕੁੜਿਆਰੇ। ਤੇ ਦੂਜੇ ਪਾਸੇ ਮਹਾਰਾਜ ਦੇਖੋ ਦੋਵਾਂ ਦੀ ਗੱਲ ਕਰਦੇ ਜਾਂਦੇ, ਗੁਰਮੁਖਾਂ ਦੀ ਵੀ, ਮਨਮੁਖਾਂ ਦੀ ਵੀ, ਸੁਹਾਗਣਾ ਦੀ ਤੇ ਦੁਹਾਗਣਾ ਦੀ। ਇੱਥੇ ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਨੇ ਆਪਣੇ ਪ੍ਰਭੂ ਨੂੰ ਨਹੀਂ ਜਾਣਿਆ, ਉਸ ਕਰਮਾਂ ਦੇ ਵਿਧਾਤੇ ਨੂੰ, ਸਾਰੇ ਕਰਮਾਂ ਦੇ ਲਿਖਣ ਵਾਲਾ, ਵਾਹਿਗੁਰੂ ਕਾਰਜ ਸਾਰੀਆਂ ਵਿਧੀਆਂ ਨੂੰ ਜਾਣਨ ਵਾਲਾ, ਜਿਹਨੂੰ ਉਹਨੇ ਪਛਾਣਿਆ ਨਹੀਂ, ਕਹਿੰਦੇ ਕੂੜ ਮੁੱਠੀ ਕੁੜਿਆਰੇ। ਉਹ ਕੁੜਿਆਰ ਜੀਵਨ ਕਰਕੇ ਝੂਠ ਦੇ ਪਿੱਛੇ ਲੱਗ ਕੇ ਠੱਗੀ ਗਈ। ਸੁਣਿਓ ਕੰਤ ਮਹੇਲਿਓ, ਫਿਰ ਸੇਵਿਓ ਸ਼ਬਦ ਵਿਚਾਰੇ। ਤੇ ਮਹਾਰਾਜ ਨੇ ਪਹਿਲੀ ਗੱਲ ਸ਼ੁਰੂਆਤ ਕੀਤੀ ਕਿ ਸੁਣੋ ਉਸ ਮਾਲਕ ਦੀ, ਉਸ ਮਹੇਲਿਓ ਜੀਵ ਇਸਤਰੀਓ, ਭਾਵ ਗੁਰਮੁਖ ਪਿਆਰਿਓ, ਉਸ ਪ੍ਰਭੂ ਨੂੰ ਸਿਮਰੋ। ਇਸ ਤਰ੍ਹਾਂ ਸਿਮਰਿਓ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ। ਭਾਵ ਸਭ ਤੋਂ ਪਹਿਲੀ ਗੱਲ ਹੈ ਕਿ ਵਿਚਾਰਨਾ ਹੈ, ਬਾਣੀ ਨੂੰ ਵਿਚਾਰ ਕੇ ਪੜ੍ਹਨਾ ਕਰ। ਹਾਂਜੀ। ਸਭ ਜਗ ਆਪ ਉਪਾਇਓਨ, ਸਭ ਜਗ ਆਪ ਉਪਾਇਓਨ, ਆਵਣ ਜਾਣ ਸੰਸਾਰਾ, ਮਾਇਆ ਮੋਖ ਆਇਨ, ਮਰ ਜੰਮੈ ਵਾਰੋ ਵਾਰਾ, ਮਰ ਜੰਮੈ ਵਾਰੋ ਵਾਰਾ, ਬਦੈ ਵਿਕਾਰਾ, ਗਿਆਨ ਵਿਹੂਣੀ ਮੂਠੀ, ਬਿਨ ਦੇ ਫਿਰ ਨਾ ਪਾਇਓ, ਜਨਮ ਗਵਾਇਓ, ਰੋਵੈ ਅਵਗੁਣਿਆਰੀ ਝੂਠੀ, ਫਿਰ ਜਗ ਜੀਵਨ ਕਿਸਨੋ ਰੋਈਐ, ਰੋਵੈ ਕੰਤ ਵਿਸਾਰੇ, ਸਭ ਜਗ ਆਪ ਉਪਾਇਓਨ, ਆਵਣ ਜਾਣ ਸੰਸਾਰੇ, ਸਭ ਜਗ ਆਪ ਉਪਾਇਓਨ, ਆਵਣ ਜਾਣ ਸੰਸਾਰਾ, ਮਾਇਆ ਮੋਖ ਆਇਨ, ਮਰ ਜੰਮੈ ਵਾਰੋ ਵਾਰਾ। ਤੇ ਦੂਜਾ ਬੰਦ ਮਹਾਰਾਜ ਨੇ ਆਰੰਭ ਕੀਤਾ ਕਿ ਸਾਰਾ ਸੰਸਾਰ ਹੀ ਉਸ ਮਾਲਕ ਨੇ ਆਪ ਪੈਦਾ ਕੀਤਾ ਹੈ। ਇਹ ਸੰਸਾਰ ਆਉਣਾ ਜਾਣਾ ਹੈ, ਸਥਿਰ ਕੋਈ ਵੀ ਨਹੀਂ। ਆਵਣ ਜਾਣ ਇੱਕ ਖੇਡ ਬਣਾਇਆ, ਆਗਿਆਕਾਰੀ ਕੀ ਨਹੀਂ ਬਣਾਇਆ ਉਸ ਮਾਲਕ ਨੇ। ਇਹ ਖੇਡ ਹੈ। ਮਾਇਆ ਮੋਖ ਆਇਨ, ਮਰ ਜੰਮੈ ਵਾਰੋ ਵਾਰਾ।
ਤੇ ਮਾਇਆ ਦੇ ਮੋਹ ਵਿੱਚ ਪੈ ਕੇ ਜੀਵ ਉਸ ਮਾਲਕ ਤੋਂ ਖੁੰਝ ਗਏ, ਵਿਛੜ ਗਏ। ਕਹਿੰਦੇ ਮੁੜ ਕੇ ਜੰਮਣ ਮਰਨ ਦੇ ਗੇੜ ਵਿੱਚ ਪੈ ਗਏ, ਜੰਮਦੇ ਨੇ ਮਰਦੇ ਨੇ, ਵਾਰੀ ਵਾਰੀ ਆਉਂਦੇ ਨੇ ਤੇ ਵਾਰੀ ਵਾਰੀ ਜਾਂਦੇ। ਮਰ ਜੰਮੈ ਵਾਰੋ ਵਾਰਾ ਵਧੈ ਬਿਕਾਰਾ, ਗਿਆਨ ਵਿਹੂਣੀ ਮੁਠੀ। ਕਹਿੰਦੇ ਕਿ ਬਾਰ-ਬਾਰ ਜੰਮਣ ਨਾਲ, ਬਾਰ-ਬਾਰ ਆਉਣ ਨਾਲ ਸਗੋਂ ਵਿਕਾਰਾਂ ਵਿੱਚ ਵਾਧਾ ਹੋਈ ਗਿਆ। ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ, ਕਾਲਾ ਹੋਆ ਸਾ। ਕਹਿੰਦੇ ਕਿ ਕਾਲਾ ਹੁੰਦਾ ਗਿਆ, ਸਗੋਂ ਹੋਰ ਵਿਕਾਰ ਵਧਦੇ ਗਏ। ਤੇ ਗਿਆਨ ਤੋਂ ਹੀਣਾ ਇਹ ਜੀਵਾਤਮਾ ਮੁੱਠੀ ਵੀ ਠੱਗੀ ਗਈ। ਕਹਿੰਦੇ ਵੇਖੋ, ਉਹ ਇਹਦੇ ਵਿੱਚੋਂ ਸੁੱਖ ਲੱਭਦੀ ਰਹੀ, ਪਦਾਰਥਾਂ ਵਿੱਚੋਂ, ਮਾਇਆ ਵਿੱਚੋਂ। ਕਹਿੰਦੇ ਇਹਨਾਂ ਵਿੱਚੋਂ ਸੁੱਖ ਨਾ ਮਿਲਿਆ। ਬਿਨ ਸ਼ਬਦੈ ਪਿਰ ਨਾ ਪਾਇਓ, ਜਨਮ ਗਵਾਇਓ, ਰੋਵੈ ਅਵਗੁਣਿਆਰੀ ਝੂਠੀ। ਤੇ ਮਹਾਰਾਜ ਕਹਿੰਦੇ ਭਾਈ ਗੁਰੂ ਦੇ ਸ਼ਬਦ ਤੋਂ ਬਿਨਾ ਉਸ ਮਾਲਕ ਨੂੰ ਪਾ ਨਾ ਸਕੀ। ਤੇ ਮਨੁੱਖਾ ਜਨਮ ਮਿਲਿਆ ਸੀ ਬਹੁਤ ਵਧੀਆ, ਕਹਿੰਦੇ ਇਹ ਵੀ ਗਵਾ ਲਿਆ। ਬਾਕੀ ਜਨਮ ਤੇ ਗਵਾਉਣਾ ਹੀ ਸੀ, ਇਹ ਮਨੁੱਖਾ ਮੰਮੇ ਥੱਲੇ ਔਂਕੜ ਪਾਇਆ ਮਨੇ ਜਨਮ ਦੇ, ਜਨਮ ਮਨੁੱਖਾ ਜਨਮ ਵਿਸ਼ੇਸ਼ਣ ਦਿੱਤਾ। ਜਨਮ ਗਵਾਏ ਰੋਵੈ ਅਵਗੁਣਿਆਰੀ ਝੂਠੀ। ਕਹਿੰਦੇ ਔਗਣਾ ਤੋਂ ਹੀਣੀ ਹੋਣ ਕਰਕੇ, ਗੁਣਾ ਤੋਂ ਹੀਣੀ ਹੋਣ ਕਰਕੇ ਅਵਗੁਣਿਆਰੀ ਹੋ ਗਈ, ਔਗਣਾ ਨਾਲ ਭਰੀ ਹੋਈ ਤੇ ਝੂਠੀ। ਕਹਿੰਦੇ ਝੂਠ ਪੱਲੇ ਪਿਆ। ਝੂਠ ਤੇ ਸੱਚ ਦਾ ਮੇਲ ਹੋ ਕਿਵੇਂ ਸਕਦਾ? ਹੋ ਨਹੀਂ ਸਕਿਆ। ਇਸ ਕਰਕੇ ਮਨੁੱਖਾ ਜਨਮ ਮਿਲਿਆ ਸੀ, ਕਹਿੰਦੇ ਗਵਾ ਲਿਆ। ਇੱਕ ਮੌਕਾ ਮਿਲਿਆ ਸੀ, ਸਮਾਂ ਮਿਲਿਆ ਸੀ ਬੜਾ ਵਧੀਆ। ਫਿਰ ਜਗ ਜੀਵਨ ਕਿਸਨੋ ਰੋਈਐ, ਰੋਵੈ ਕੰਤ ਵਿਸਾਰੇ। ਕਹਿੰਦੇ ਰੋਈਏ ਕਿਹਨੂੰ? ਉਹ ਫਿਰ ਉਹ ਮਾਲਕ, ਉਹ ਪ੍ਰਭੂ, ਉਹ ਤੇ ਜਗ ਨੂੰ ਜੀਵਨ ਦੇਣ ਵਾਲਾ, ਉਹ ਤੇ ਆਪ, ਉਹ ਤੇ ਹਮੇਸ਼ਾ ਰਹਿਣ ਵਾਲਾ। ਕਹਿੰਦੇ ਰੋਂਦੀ ਕਿਉਂ ਹੈ ਫਿਰ? ਕਿਉਂਕਿ ਵਿਸਾਰ ਬੈਠੀ ਉਸ ਮਾਲਕ ਨੂੰ, ਉਸ ਪ੍ਰਭੂ ਨੂੰ। ਰੋਣਾ ਤੇ ਵਿਛੋੜੇ ਦਾ ਹੈ, ਅੰਦਰਲੇ ਦਾ। ਸਭ ਜਗ ਆਪਿਓ ਪਾਇਓ ਨਾ, ਆਵਣ ਜਾਣ ਸੰਸਾਰੇ। ਇਹ ਸਾਰਾ ਸੰਸਾਰ ਉਸ ਮਾਲਕ ਨੇ, ਉਸ ਪ੍ਰਭੂ ਨੇ ਆਪ ਪੈਦਾ ਕੀਤਾ ਹੈ। ਇਹ ਸੰਸਾਰ ਤੇ ਆਉਣੀ ਜਾਣੀ ਹੈ, ਇੱਥੇ ਕੋਈ ਵੀ ਸਥਿਰ ਨਹੀਂ। ਜੋ ਉਪਜਿਓ ਸੋ ਬਿਨਸ ਹੈ। ਕਹਿੰਦੇ ਜਾਏਗਾ, ਜੋ ਜਨਮਿਆ ਉਹ ਮਰੇਗਾ, ਇੱਥੇ ਆਉਣ ਜਾਣ ਹੈ। ਹਾਂਜੀ। ਸੋ ਪਿਰ ਸੱਚਾ ਸਦ ਹੀ ਸਾਚਾ ਹੈ, ਸੋ ਪਿਰ ਸੱਚਾ ਸਦ ਹੀ ਸਾਚਾ ਹੈ। ਨਾ ਉਹ ਮਰੈ ਨ ਜਾਏ, ਨਾ ਉਹ ਮਰੈ ਨ ਜਾਏ। ਭੂਲੀ ਫਿਰੈ ਤਨ ਇਆਣੀਆ, ਭੂਲੀ ਫਿਰੈ ਤਨ ਇਆਣੀਆ। ਰੰਡ ਬੈਠੀ ਦੂਜੈ ਪਾਏ, ਰੰਡ ਬੈਠੀ ਦੂਜੈ ਪਾਏ। ਮਾਇਆ ਮੋਹ ਦੁਖ ਪਾਏ, ਦੂਜੈ ਪਾਏ। ਮਾਇਆ ਮੋਹ ਦੁਖ ਪਾਏ। ਆਵ ਕਟੈ ਤਨ ਛੀਜੈ, ਜੋ ਕਿਛ ਆਇਆ ਸਭ ਕਿਛ ਜਾਸੀ। ਜੋ ਕਿਛ ਆਇਆ ਸਭ ਕਿਛ ਜਾਸੀ। ਦੁਖ ਲਾਗਾ ਪਾਏ ਦੂਜੈ, ਦੁਖ ਲਾਗਾ ਪਾਏ ਦੂਜੈ। ਜਮ ਕਾਲ ਨ ਸੂਝੈ, ਮਾਇਆ ਜਗ ਲੂਜੈ। ਮਾਇਆ ਜਗ ਲੂਜੈ। ਲਬ ਲੋਭ ਚਿਤ ਲਾਏ, ਸਭ ਲੋਭ ਚਿਤ ਲਾਏ। ਸੋ ਪਿਰ ਸਾਚਾ ਸਦ ਹੀ ਸਾਚਾ, ਸਦ ਹੀ ਸਾਚਾ। ਨਾ ਉਹ ਮਰੈ ਨਾ ਜਾਏ। ਸੋ ਪਿਰ ਸੱਚਾ ਸਦ ਹੀ ਸਾਚਾ ਹੈ, ਨਾ ਉਹ ਮਰੈ ਨਾ ਜਾਏ। ਭੂਲੀ ਫਿਰੈ ਧਨ ਇਆਣੀਆਂ, ਰੰਡ ਬੈਠੀ ਦੂਜੈ ਪਾਏ। ਮਹਾਰਾਜ ਸਾਨੂੰ ਚੇਤੇ ਕਰਾਉਂਦੇ ਨੇ ਤੀਜੇ ਬੰਦ ਵਿੱਚ ਕਿ ਉਹ ਪ੍ਰਭੂ ਤੇ ਹਮੇਸ਼ਾ ਹੀ ਸੱਚਾ, ਆਦਿ ਸੱਚ, ਜੁਗਾਦ ਸੱਚ ਹੈ, ਪੀ ਸੱਚ, ਨਾਨਕ ਹੋਸੀ ਪੀ ਸੱਚ। ਉਹ ਤੇ ਸੱਚਾ ਹੀ ਹੈ। ਕਹਿੰਦੇ ਨਾ ਉਹ ਮਰੈ ਨਾ ਜਾਏ, ਨਾ ਉਹ ਜੰਮਦਾ ਤੇ ਨਾ ਉਹ ਮਰਦਾ। ਭੂਲੀ ਫਿਰੈ ਧਨ ਇਆਣੀਆਂ, ਰੰਡ ਬੈਠੀ ਦੂਜੈ ਭਾਏ। ਕਹਿੰਦੇ ਬੇਸਮਝ ਹੋ ਕੇ, ਇਆਣੀ ਹੋ ਕੇ ਇਹ ਧਨ, ਇਹ ਜੀਵੀ ਇਸਤਰੀ ਭੁੱਲ ਬੈਠੀ। ਤੇ ਇਸ ਕਰਕੇ ਮਾਰੇ ਕਹਿੰਦੇ
ਰੰਡੀ ਹੋ ਬੈਠੀ, ਉਸ ਮਾਲਕ ਤੋਂ ਨਿਖਸਮੀ ਹੋ ਗਈ, ਦੂਜੇ ਭਾਵ ਵਿੱਚ ਪੈ ਕੇ, ਦੂਜੇ ਪ੍ਰੇਮ ਵਿੱਚ ਪੈ ਕੇ, ਦੁਨੀਆ ਦੇ ਪਦਾਰਥਾਂ ਦੇ ਪ੍ਰੇਮ ਵਿੱਚ ਪੈ ਕੇ ਇਹ ਉਸ ਮਾਲਕ ਤੋਂ ਵਿਛੜ ਬੈਠੀ। ਰਣ ਬੈਠੀ ਦੂਜੇ ਭਾਏ, ਮਾਇਆ ਮੋਹ ਦੁਖ ਪਾਏ, ਆਪ ਕਟੈ ਤਨ ਚੀਜੈ। ਫਿਰ ਕਹਿੰਦੇ ਨੇ ਮਹਾਰਾਜ, ਕਹਿੰਦੇ ਭਾਈ ਉਸ ਮਾਲਕ ਦੇ ਵਿਛੋੜੇ ਵਿੱਚ ਉਹਨੂੰ ਵਿਸਾਰ ਕੇ ਉਹ ਨਿਖਸਮੀ ਹੋ ਗਈ ਤੇ ਮੋਹ ਵਿੱਚ ਪੈ ਕੇ ਮਾਇਆ ਵਿੱਚ ਹੋਰ ਸਗੋਂ ਦੁੱਖ ਲਾ ਲਿਆ। ਮਾਇਆ ਜੀਵੜ ਦੁੱਖ ਨਹੀਂ ਕੋਏ। ਅਸੀਂ ਜਦੋਂ ਵੀ ਮੰਗਦੇ ਹਾਂ ਮਾਇਆ ਹੀ ਮੰਗਦੇ ਹਾਂ। ਮਾਇਆ ਮਨੋ ਨ ਵਿਸਰੈ, ਮੰਗੈ ਦਮਾ ਦਮ, ਸੋ ਪ੍ਰਭ ਚਿਤ ਨ ਆਵੇ, ਨਾਨਕ ਨਹੀਂ ਕਰਾਉਂਦਾ। ਜਿਹੜੀ ਚੀਜ਼ ਨੇ ਕੰਮ ਨਹੀਂ ਆਉਣਾ ਨਾ, ਅਸੀਂ ਤੇ ਉਹ ਮੰਗਦੇ ਹਾਂ, ਪਰ ਜਿਹਨੇ ਕੰਮ ਆਉਣਾ ਸੀ ਉਹਨੂੰ ਚੇਤੇ ਨਹੀਂ ਕਰਦੇ ਪਏ, ਕਿਉਂਕਿ ਮਾਇਆ ਦੇ ਮੋਹ ਵਿੱਚ ਐਸੇ ਫਸ ਗਏ ਕਿ ਦੁੱਖ ਪਾਲੇ ਥੱਲੇ। ਆਪ ਘਟੈ ਤਨ ਛਿਜੈ, ਉਮਰ ਘਟ ਰਹੀ ਹੈ, ਤਨ ਛਿਜ ਰਿਹਾ ਹੈ, ਤਨ ਜਜਰੀ ਹੋ ਰਿਹਾ ਹੈ, ਤਨ ਕਮਜ਼ੋਰ ਹੋ ਰਿਹਾ ਹੈ। ਜੋ ਕਿਛ ਆਇਆ ਸਭ ਕਿਛ ਜਾਸੀ, ਦੁੱਖ ਲਾਗਾ ਭਾਏ ਦੂਜੈ। ਜਿਹੜੀ ਚੀਜ਼ ਸੰਸਾਰ ਤੇ ਆਈ ਹੈ, ਸਭ ਕੁਝ ਜੋ ਇਹਨਾਂ ਅੱਖਾਂ ਨਾਲ ਨਜ਼ਰ ਆਉਂਦਾ ਹੈ ਜਾਏਗਾ। ਇਹ ਦੁੱਖ ਹੈ ਬਹੁਤ ਵੱਡਾ, ਇਹ ਬਹੁਤ ਵੱਡਾ, ਕਿਉਂਕਿ ਜਿਹੜੀ ਚੀਜ਼ ਅਸੀਂ ਪਿਆਰ ਹੀ ਉਹਦੇ ਨਾਲ ਪਾ ਲਿਆ, ਜਿਹੜੀ ਚੀਜ਼ ਨੂੰ ਅੱਖਾਂ ਨਾਲ ਨਜ਼ਰ ਆਉਂਦੀ ਪਈ ਹੈ, ਉਹ ਧੀ ਹੈ, ਚਾਹੇ ਪੁੱਤਰ ਹੈ, ਚਾਹੇ ਮਕਾਨ ਹੈ, ਚਾਹੇ ਜ਼ਮੀਨ ਹੈ, ਚਾਹੇ ਜਾਇਦਾਦ ਹੈ, ਚਾਹੇ ਇਸਤਰੀ ਹੈ, ਕਹਿੰਦੇ ਮਾਰੇ ਕਹਿੰਦੇ ਅਸੀਂ ਉਹਦੇ ਨਾਲ ਲਾ ਬੈਠੇ, ਪਰ ਜੋ ਆਇਆ ਤੇ ਜਾਏਗਾ, ਪੱਕਾ ਵਾਲੀ ਗੱਲ ਕੋਈ ਨਹੀਂ ਹੈ। ਵਿਛੋੜਾ ਹੈ ਉਹਦੇ ਵਿੱਚ। ਜੋ ਕੁਛ ਆਇਆ ਸਭ ਕੁਝ ਜਾਸੀ, ਦੁੱਖ ਲਾਗਾ ਦੂਜੈ ਭਾਏ। ਇਸ ਕਰਕੇ ਪ੍ਰਮਾਤਮਾ ਨੂੰ ਛੱਡ ਕੇ ਹੋਰ ਪ੍ਰੇਮ ਵਿੱਚ ਪੈ ਗਿਆ ਜੀਵ, ਦੁੱਖ ਲਾ ਬੈਠਾ। ਜਮਕਾਰ ਨਾ ਸੂਝੈ, ਮਾਇਆ ਜਗ ਲੂਝੈ, ਲੱਭ ਲੋਭ ਚਿਤ ਲਾਏ। ਮੌਤ ਨੂੰ ਭੁੱਲ ਬੈਠਾ, ਇਸ ਸੰਸਾਰ ਵਿੱਚ ਆ ਕੇ ਮੌਤ ਭੁੱਲ ਬੈਠਾ। ਖਾਣਾ ਪੀਣਾ ਹੱਸਣਾ ਸੌਣਾ ਤੇ ਵਿਸਰ ਗਿਆ ਹੈ ਮਰਨਾ, ਭੁੱਲ ਗਿਆ ਕਹਿੰਦੇ ਉਸਨੂੰ। ਇਹ ਸੰਸਾਰ ਤੇ ਮਾਇਆ ਦੀ ਖਾਤਰ ਲੂਝਦਾ ਪਿਆ। ਇਹ ਝਗੜੀ ਮਾਇਆ ਦਾ ਸਾਰਾ ਇੱਥੇ। ਮਾਇਆ ਜਗ ਲੂਝੈ, ਲੱਭ ਲੋਭ ਚਿਤ ਲਾਏ। ਲੱਭ ਤੇ ਲੋਭ, ਲੱਭ ਤਾਂ ਕੂੜਾ ਨਿਉ ਹੈ, ਝੂਠਾ ਪ੍ਰੇਮ ਪੈ ਗਿਆ ਤੇ ਲਾਲਚ ਹੋ ਗਿਆ ਪਦਾਰਥਾਂ ਦਾ। ਕਹਿੰਦੇ ਇਹ ਦੋ ਚੀਜ਼ਾਂ ਵਿੱਚ ਚਿਤ ਲਾ ਕੇ ਬੈਠਾ ਹੈ ਸੰਸਾਰ, ਇਸੇ ਕਰਕੇ ਦੁੱਖ ਪਾਉਂਦਾ ਪਿਆ। ਸੋ ਫਿਰ ਸਾਚਾ ਸਾਧੀ ਸਾਚਾ, ਨਾ ਉਹ ਮਰੈ ਨਾ ਜਾਏ। ਮਹਾਰਾਜ ਫਿਰ ਚੇਤੇ ਕਰਾਉਂਦੇ ਨੇ ਕਿ ਭਾਈ ਉਹ ਪ੍ਰਭੂ ਤੇ ਸੱਚ ਹੈ, ਹਮੇਸ਼ਾ ਹੀ ਸਦਾ ਰਹਿਣ ਵਾਲਾ ਹੈ, ਉਹ ਜੰਮਦਾ ਮਰਦਾ ਨਹੀਂ। ਇਸ ਕਰਕੇ ਜੇ ਚਿੱਤ ਲਾਉਣਾ ਹੀ ਤਾਂ ਉਸ ਮਾਲਕ ਨਾਲ ਲਾ, ਉਸ ਪ੍ਰਭੂ ਨਾਲ ਲਾ। ਹਾਂਜੀ। ਇਕ ਰੋਵੈ ਫਿਰੈ ਵਿਛੁੰਨੀਆਂ, ਇਕ ਰੋਵੈ ਫਿਰੈ ਵਿਛੁੰਨੀਆਂ, ਅੰਧੀ ਨਾ ਜਾਣੈ ਫਿਰ ਨਾਲੇ, ਅੰਧੀ ਨਾ ਜਾਣੈ ਫਿਰ ਨਾਲੇ। ਗੁਰ ਪ੍ਰਸਾਦੀ ਸਾਚਾ ਫਿਰ ਮਿਲੈ, ਗੁਰ ਪ੍ਰਸਾਦੀ ਸਾਚਾ ਫਿਰ ਮਿਲੈ। ਅੰਤਰ ਸਦਾ ਸੰਭਾਲੇ, ਅੰਤਰ ਸਦਾ ਸੰਭਾਲੇ। ਫਿਰ ਅੰਤਰ ਸੰਭਾਲੇ ਸਦਾ ਹੈ ਨਾਲੇ, ਸਦਾ ਹੈ ਨਾਲੇ। ਮਨ ਮੁਖ ਜਾਤਾ ਦੂਰੇ, ਮੁਖ ਜਾਤਾ ਦੂਰੇ। ਇਹ ਤਨ ਰੁਲੈ ਰੁਲਾਇਆ ਕਾਮ ਨ ਆਇਆ, ਇਹ ਤਨ ਰੁਲੈ ਰੁਲਾਇਆ ਕਾਮ ਨ ਆਇਆ। ਜਿਨ ਖਸਮ ਨ ਜਾਤਾ ਹਦੂਰੇ, ਨਾਨਕ ਸਾਤਨ ਮਿਲੈ ਮਿਲਾਈ, ਸਾਤਨ ਮਿਲੈ ਮਿਲਾਈ। ਫਿਰ ਅੰਤਰ ਸਦਾ ਸੰਭਾਲੇ, ਸਦਾ ਸੰਭਾਲੇ। ਇਕ ਰੋਵੈ ਫਿਰੈ ਵਿਛੁੰਨੀਆਂ, ਅੰਧੀ ਨਾ ਜਾਣੈ ਫਿਰ ਹੈ ਨਾਲੇ, ਇਕ ਰੋਵੈ ਫਿਰੈ ਵਿਛੁੰਨੀਆਂ, ਅੰਧੀ ਨਾ ਜਾਣੇ ਫਿਰ ਨਾਲੇ। ਇੱਕ ਬਹੁਵਚਨ ਹੈ, ਪਰ ਕਹਿੰਦੇ ਇੱਕ ਉਹ ਵੀ ਨੇ ਜੀਵ ਆਤਮਾ ਰੋਂਦੀਆਂ ਨੇ,
ਆਪਣੇ ਮਾਲਕ ਤੋਂ ਵਿਛੜੀਆਂ ਹੋਈਆਂ। ਵਿਛੋੜੇ ਦਾ ਅਹਿਸਾਸ ਤੇ ਹੈ, ਰਾਖਸ਼ ਪਰ ਨਾਲ ਗਿਆਨ ਤੋਂ ਹੀਣੀਆਂ ਨੇ, ਅੰਨੀਆਂ ਨੇ। ਗਿਆਨ ਦੀਆਂ ਅੱਖਾਂ ਨਹੀਂ ਹੈਗੀਆਂ, ਕਿਉਂਕਿ ਉਹ ਜਾਣਦੀਆਂ ਨਹੀਂ ਕਿ ਪਿਰ ਤੇ ਨਾਲ ਹੈ ਸਾਡਾ। ਉਹ ਮਾਲਕ ਤੇ ਪ੍ਰਭੂ ਸਾਡੇ ਹਮੇਸ਼ਾ ਹੀ ਨਾਲ ਹੈ, ਉਹ ਦੂਰ ਸਮਝੀਆਂ ਬੈਠੀਆਂ ਨੇ। ਇਸ ਕਰਕੇ ਉਹ ਗਿਆਨ ਦੀਆਂ ਅੱਖਾਂ ਉਹਨਾਂ ਕੋਲ ਨਹੀਂ ਹੈਗੀਆਂ। ਗੁਰ ਪ੍ਰਸਾਦੀ ਸਾਚਾ ਪਿਰ ਮਿਲੈ, ਅੰਤਰ ਸਦਾ ਸੰਭਾਲੇ। ਤੇ ਜੇ ਕਿਤੇ ਗੁਰੂ ਕਿਰਪਾ ਕਰਦੇ, ਕਿਤੇ ਗੁਰੂ ਦੀ ਕਿਰਪਾ ਨਾਲ ਗੁਰ ਪ੍ਰਸਾਦੀ ਸਾਚਾ ਪਿਰ ਮਿਲੈ, ਉਹ ਸੱਚਾ ਪਿਰ ਮਾਲਕ ਪ੍ਰਭੂ ਪਿਆਰਾ ਮਿਲਦਾ ਹੈ। ਅੰਤਰ ਸਦਾ ਸੰਭਾਲੇ, ਅੰਦਰ ਹਮੇਸ਼ਾ ਅੰਦਰੋਂ ਮਨ ਕਰਕੇ ਉਹਨੂੰ ਚੇਤੇ ਕਰਦੀਆਂ ਨੇ। ਜਦੋਂ ਗੁਰੂ ਕਿਰਪਾ ਕਰਦਾ, ਜਦੋਂ ਗੁਰੂ ਬਖਸ਼ਿਸ਼ ਕਰਦਾ, ਫਿਰ ਅੰਤਰ ਸੰਭਾਲੇ ਸਦਾ ਹੈ ਨਾਲੇ, ਮਨ ਮੁੱਕ ਜਾਤਾ ਦੂਰੇ। ਫਿਰ ਕਹਿੰਦੇ ਨੇ ਤੀਜੇ ਪਾਤਸ਼ਾਹ ਕਿ ਉਹ ਪ੍ਰਭੂ, ਉਹ ਪਿਆਰਾ ਪਤੀ ਮਾਲਕ, ਉਹ ਤੇ ਹਮੇਸ਼ਾ ਹੀ ਸਾਡੇ ਨਾਲ ਹੈ। ਉਹਦੇ ਅੰਦਰ ਉਹਦੀ ਸੰਭਾਲ ਕਰਦੇ ਨੇ, ਪਰ ਜਿਹੜੇ ਮਨਮੁਖ ਨੇ, ਆਪ ਉਦਰੇ ਮਨੁੱਖ ਨੇ, ਉਹ ਕਹਿੰਦੇ ਜੀ ਨਹੀਂ, ਉਹ ਤੇ ਦੂਰ ਹੈ। ਉਹ ਦੂਰ ਸਮਝੀ ਬੈਠੇ ਨੇ ਕਿ ਪ੍ਰਮਾਤਮਾ ਤੇ ਬਹੁਤ ਦੂਰ ਹੈ ਜੀ, ਉੱਪਰ ਵਾਲਾ ਜਾਣੇ ਕਹੀ ਜਾਂਦੇ ਨੇ। ਆਮ ਕਰਕੇ ਕਹਿੰਦੇ ਆਪਾਂ ਇਹ ਗੱਲ, ਉੱਪਰ ਵਾਲਾ ਕਿਉਂ? ਉਹ ਤੇਰੇ ਅੰਦਰ ਹੀ ਬੈਠਾ ਹੈ, ਮਨੀ ਰਾਮ ਤੇਰਾ, ਉਹੀ ਉਹ ਜਾਣਦਾ ਸਾਰਾ ਕੁਝ। ਇਹ ਤਨ ਰੁਲਾ ਰੁਲਾਇਆ ਕਾਮ ਨਾ ਆਇਆ, ਜੇ ਖਸਮ ਨਾ ਜਾਤਾ ਹਦੂਰੇ। ਕਿਉਂਕਿ ਅਸੀਂ ਤਨ ਨਾਲ ਜੁੜੇ ਹੋਏ ਹਾਂ ਜ਼ਿਆਦਾ। ਸਾਡੇ ਜਿਹੜੇ ਪ੍ਰੇਮ ਨੇ ਉਹ ਤਨ ਦੇ ਪ੍ਰੇਮ ਨੇ, ਚਾਹੇ ਉਹ ਧੀ ਦਾ, ਇਸਤਰੀ ਦਾ, ਪੁੱਤਰ ਦਾ, ਆਪਣਾ ਹੈ। ਕਹਿੰਦੇ ਅਸੀਂ ਇਹ ਤਨ ਨਾਲ ਜੁੜ ਗਏ, ਅਸੀਂ ਤਨ ਨੂੰ ਸੰਭਾਲਦੇ ਰਹੇ, ਪਰ ਇਹ ਤਨ ਤੇ ਕਿਨੇ ਰੁਲਦਾ, ਇਹ ਤੇ ਰੁਲ ਜਾਏਗਾ। ਇਹ ਹਮੇਸ਼ਾ ਰਹਿਣ ਵਾਲਾ ਨਹੀਂ ਹੈ। ਇਹ ਤਨ ਰੁਲਾ ਹੈ, ਕਹਿੰਦੇ ਖੁਆਰ ਹੁੰਦਾ, ਕਿਸੇ ਕੰਮ ਨਹੀਂ ਆਉਣਾ ਇਸ ਤਨ ਨੇ। ਜੇ ਖਸਮ ਨਾ ਜਾਤਾ ਹਦੂਰੇ, ਉਹਨਾਂ ਦੀ ਗੱਲ ਕਰਦੇ ਨੇ ਜਿਹਨੇ ਉਸ ਮਾਲਕ ਨੂੰ ਹਾਜ਼ਰ ਨਾਜ਼ਰ ਨਹੀਂ ਜਾਣਿਆ। ਉਹ ਤੇ ਫਿਰ ਪਸ਼ੂਆਂ ਵਾਲੀ ਬਿਰਤੀ ਹੋ ਗਈ ਨਾ। ਕਹਿੰਦੇ ਉਹ ਤਾਂ ਉਸ ਤਰ੍ਹਾਂ ਹੀ ਰਹੇ, ਇਸ ਤਨ ਤੱਕ ਜੁੜੇ ਰਹੇ, ਤਨ ਸਾਥ ਨਾ ਦਿੱਤਾ ਇਹਨੇ। ਨਾਨਕ ਸਾਤਨ ਮਿਲੈ ਮਿਲਾਈ, ਫਿਰ ਅੰਤਰ ਸਦਾ ਸੰਭਾਲੇ। ਤੇ ਬਾਬਾ ਅਮਰਦਾਸ ਜੀ ਮਹਾਰਾਜ ਕਹਿੰਦੇ ਭਾਈ, ਉਹ ਜੀਵਾਤਮਾ, ਉਹ ਜੀਵ ਇਸਤਰੀ ਮਿਲੈ ਮਿਲਾਈ, ਉਹ ਮਿਲ ਲੈਂਦੀ ਹੈ ਜਦੋਂ ਉਹ ਕਿਰਪਾ ਕਰਦਾ ਹੈ, ਬਖਸ਼ਿਸ਼ ਕਰਦਾ ਹੈ। ਕਿੰਨਾ ਉੱਤੇ? ਫਿਰ ਅੰਤਰ ਸਦਾ ਸੰਭਾਲੇ, ਜਿਹੜੇ ਆਪਣੇ ਪਿਆਰੇ ਨੂੰ, ਉਸ ਪ੍ਰਭੂ ਨੂੰ ਅੰਦਰੋਂ ਹਿਰਦੇ ਤੋਂ ਹਮੇਸ਼ਾ ਯਾਦ ਕਰਦੀਆਂ ਨੇ, ਉਹਨਾਂ ਤੇ ਪ੍ਰਭੂ ਕਿਰਪਾ ਕਰਦਾ ਹੈ, ਬਖਸ਼ਿਸ਼ ਕਰਦਾ ਹੈ, ਉਹ ਆਪਣੇ ਨਾਲ ਜੋੜ ਲੈਂਦਾ ਹੈ। ਇੱਕ ਰੂਹ ਹੈ ਫਿਰੈ ਵਿਛੁੰਨੀਆਂ, ਅੰਦੀ ਨਾ ਜਾਣੈ ਫਿਰ ਹੈ ਨਾਲੇ। ਪਰ ਦੂਜੇ ਪਾਸੇ ਇੱਕ ਉਹ ਨੇ ਜਿਹੜੀਆਂ ਸਿਰਫ ਵਿਛੋੜੇ ਵਿੱਚ ਰੋਈ ਜਾਂਦੀਆਂ ਨੇ, ਪਰ ਗਿਆਨ ਤੋਂ ਹੀਣੀਆਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਮਾਲਕ ਉਹ ਪ੍ਰਭੂ ਤੇ ਸਾਡੇ ਨਾਲ ਹੀ ਹੈ ਹਮੇਸ਼ਾ। ਇਸ ਕਰਕੇ ਬਾਰੇ ਤੁਹਾਨੂੰ ਸਮਝਾਉਣਾ ਕੀਤਾ ਇਹਨਾਂ ਸ਼ਬਦਾਂ ਵਿੱਚ ਕਿ ਉਹ ਪ੍ਰਭੂ ਕਿਤੇ ਦੂਰ ਨਹੀਂ ਹੈ, ਉਹ ਤੇ ਹਮੇਸ਼ਾ ਹੀ ਤੇਰੇ ਨਾਲ ਹੈ, ਅੰਗ ਸੰਗ ਹੈ ਤੇਰੇ। ਉਹ ਪ੍ਰਭੂ, ਉਹ ਪਿਆਰਾ ਹਮੇਸ਼ਾ ਅੰਗ ਸੰਗ ਹੈ, ਪਰ ਉਹਨੂੰ ਯਾਦ ਕਰ ਗੁਣਾਂ ਨਾਲ, ਬਾਣੀ ਦੁਆਰਾ। ਬਾਣੀ ਸਾਨੂੰ ਬਾਰ-ਬਾਰ ਚੇਤੇ ਕਰਾਉਂਦੀ ਹਮੇਸ਼ਾ, ਪਰ ਮਨ ਬਾਹਰ ਨੂੰ ਭੱਜਦਾ ਕਿ ਸ਼ਾਇਦ ਸਾਨੂੰ ਉੱਥੋਂ ਮਿਲ ਜਾਏਗਾ, ਕੁਛ ਉੱਥੋਂ ਮਿਲ ਜਾਏਗਾ, ਅੰਦਰੋਂ ਨਹੀਂ, ਹਿਰਦੇ ਚੋਂ ਮਿਲੇਗਾ ਸਾਰਾ ਕੁਛ। ਆਪਣੇ ਮਨ ਅੰਦਰ ਜਾ, ਆਪਣੇ ਹਿਰਦੇ ਅੰਦਰ ਜਾ ਕੇ ਤੈਨੂੰ ਪਤਾ ਲੱਗ ਜਾਏਗਾ, ਦਰਸ਼ਨ ਹੋ ਜਾਣਗੇ ਉਹਦੇ। ਉਹ ਪ੍ਰਭੂ ਨਾਲ ਹੈ ਹਮੇਸ਼ਾ, ਦੂਰ ਨਹੀਂ ਹੈ ਕਿਤੇ। ਸਮਾਂ ਜਿਹੜਾ ਹੈ ਸੰਪੂਰਨ ਹੁੰਦਾ ਹੈ। ਉਹੀਆਂ ਭੁੱਲਾਂ ਦੀ ਖਿਮਾ ਮੰਗਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। मेरे राम हम बारक हर प्रभ के हैं ए आणे, हम बारक हर प्रभ के हैं ए आणे।